Hello students, this is Dr. Amit Juneja, lecturer in economics, Shahid Balwinder Singh, Government Senior Secondary Smart School, Sabwana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਗੱਲ ਕਰਾਂਗੇ ਪੂਰਤੀ ਦੀ ਕੀਮਤ ਲੋਚ ਨੂੰ ਆਪਾਂ ਮਾਪ ਕਿਵੇਂ ਸਕਦੇ ਆ। ਤਾਂ ਆਪਾਂ ਪੂਰਤੀ ਦੀ ਕੀਮਤ ਲੋਚ ਦਾ ਮਾਪ ਜਿਹੜਾ ਉਹ ਆਪਾਂ ਕਿਵੇਂ ਕਰ ਸਕਦੇ ਆ, ਇਹਦੇ ਵਾਸਤੇ ਆਪਣੇ ਕੋਲ ਨਾ ਦੋ ਵਿਧੀਆਂ ਨੇ। ਠੀਕ ਹੈ, ਜਿਵੇਂ ਆਪਾਂ ਮੰਗ ਦੀ ਕੀਮਤ ਲੋਚ ਦਾ ਮਾਪ ਕੀਤਾ ਸੀ, ਉਵੇਂ ਹੀ ਆਪਾਂ ਪੂਰਤੀ ਦੀ ਕੀਮਤ ਲੋਚ ਦਾ ਮਾਪ ਜਿਹੜਾ ਉਹ ਵੀ ਕਰਾਂਗੇ। ਹੁਣ ਜਿਹੜੀ ਦੂਸਰੀ ਵਿਧੀ ਹੈ, ਠੀਕ ਹੈ, ਜਿਹੜੀ ਆਪਾਂ ਬਾਅਦ ਚ ਕਰਨ ਵਾਲੇ ਆ, ਕਿਉਂਕਿ ਪਹਿਲਾਂ ਪਹਿਲੀ ਵਿਧੀ ਕਰਾਂਗੇ ਫਿਰ ਬਾਅਦ ਚ ਦੂਜੀ ਵਿਧੀ ਕਰਾਂਗੇ। ਜਿਹੜੀ ਦੂਸਰੀ ਵਿਧੀ ਹੈ ਉਹਦਾ ਜਿਹੜਾ ਬੇਸ ਹੈ, ਉਹਦਾ ਜਿਹੜਾ ਆਧਾਰ ਹੈ ਉਹ ਕੀ ਹੈ, ਉਹ ਪਹਿਲੀ ਵਿਧੀ ਹੈ। ਮਤਲਬ ਅਗਰ ਤੁਹਾਨੂੰ ਪਹਿਲੀ ਵਿਧੀ ਸਮਝ ਆਈ ਤਾਂ ਹੀ ਦੂਜੀ ਵਿਧੀ ਸਮਝ ਆਏਗੀ। ਜੇਕਰ ਪਹਿਲੀ ਵਿਧੀ ਸਮਝ ਨਹੀਂ ਆਈ ਤਾਂ ਫਿਰ ਦੂਜੀ ਵਿਧੀ 'ਚ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਹੈ। ਤਾਂ ਧਿਆਨ ਦੇਣਾ ਕਿ ਜਿਹੜੀ ਪਹਿਲੀ ਵਿਧੀ ਆਪਾਂ ਕਰਨ ਜਾ ਰਹੇ ਹਾਂ ਪੂਰਤੀ ਦੀ ਕੀਮਤ ਲੋਚ ਨੂੰ ਮਾਪਣ ਦੀ, ਉਹ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਜਾਵੇ। ਤਾਂ ਹੁਣ ਜਿਹੜੀ ਇਹ ਪਹਿਲੀ ਵਿਧੀ ਹੈ ਇਹਦਾ ਥੋੜਾ ਜਿਹਾ ਆਈਡੀਆ ਜਿਹੜਾ ਉਹ ਮੈਂ ਆਪਣੇ ਪਿਛਲੇ ਲੈਕਚਰ ਦਾ ਜਿਹੜਾ ਆਪਣਾ ਲਾਸਟ ਸੈਗਮੈਂਟ ਸੀ 2-3 ਮਿੰਟ ਦਾ, ਉਹਦੇ 'ਚ ਮੈਂ ਥੋੜਾ ਜਿਹਾ ਆਈਡੀਆ ਦਿੱਤਾ ਸੀ। ਉਹ ਆਈਡੀਆ ਕੀ ਸੀ? ਉਹ ਸੀ ਵੀ ਅਗਰ ਮੰਨ ਲਓ ਵੀ ਆਪਾਂ ਇੱਥੇ ਕਿਸੇ ਵਸਤੂ ਦੀ ਕੀਮਤ ਲਿਖ ਲੈਂਦੇ ਆ, ਇੱਥੇ ਆਪਾਂ ਉਹਦੀ ਪੂਰਤੀ ਲਿਖ ਲੈਂਦੇ ਆ। ਠੀਕ ਹੈ, ਇੱਥੇ ਆਪਾਂ ਲਿਖਨੇ ਆ ਵੀ ਦੇਖੋ ਹੁਣ ਕਿਸੇ ਵਸਤੂ ਦੀ ਕੀਮਤ ਜਿਹੜੀ ਹੈ ਮੰਨ ਲਓ ਉਹ 10% ਵੱਧ ਜਾਂਦੀ ਹੈ ਤਾਂ ਪਲੱਸ, ਤਾਂ ਇਸ ਕਰਕੇ ਉਹਦੀ ਜਿਹੜੀ ਪੂਰਤੀ ਹੈ ਉਹ 20% ਵੱਧ ਜਾਂਦੀ ਹੈ। ਕਿਉਂਕਿ ਆਪਾਂ ਕਿਹਾ ਸੀ ਵੀ ਜਦੋਂ ਆਪਾਂ ਪੂਰਤੀ ਦੀ ਕੀਮਤ ਲੋਚ ਦੀ ਗੱਲ ਕਰਨੀ ਹੈ ਉਸ ਟਾਈਮ ਤੇ ਆਪਾਂ ਪੂਰਤੀ ਦਾ ਨਿਯਮ ਫੇਲ ਨਹੀਂ ਕਰਾਣਾ। ਮਤਲਬ ਇੱਥੇ ਜੇ ਕੀਮਤ ਪਲੱਸ ਹੈ, ਵੱਧ ਰਹੀ ਹੈ, ਇੱਥੇ ਪੂਰਤੀ ਵੀ ਵਧਾਣੀ ਹੈ। ਤਾਂ ਹੁਣ ਦੇਖੋ ਕੀਮਤ ਬਦਲੀ 10 ਤਾਂ ਪੂਰਤੀ ਬਦਲੀ 20। ਕਿੰਨੇ ਗੁਣਾ ਬਦਲੀ? 2 ਗੁਣਾ। ਤਾਂ ਆਪਾਂ ਕਿਹਾ ਸੀ ਕਿ ਪੂਰਤੀ ਦੀ ਕੀਮਤ ਲੋਚ ਦਾ ਆਨਸਰ ਜਿਹੜਾ ਹੈ ਉਹ 2 ਹੈ। ਪਰ ਜੇਕਰ ਕੀਮਤ ਦੇ 10% ਵਧਣ ਤੇ ਪੂਰਤੀ ਵੱਧ ਜਾਂਦੀ 30%, ਤਾਂ ਪੂਰਤੀ ਕਿੰਨੇ ਗੁਣਾ ਵਧੀ? 3 ਗੁਣਾ। ਤਾਂ ਪੂਰਤੀ ਦੀ ਕੀਮਤ ਲੋਚ 3। ਜੇਕਰ ਕੀਮਤ ਦੇ 10% ਵਧਣ ਤੇ ਪੂਰਤੀ 40% ਵੱਧ ਜਾਂਦੀ ਤਾਂ ਹੁਣ ਪੂਰਤੀ ਕਿੰਨੇ ਗੁਣਾ ਵਧੀ? 4 ਗੁਣਾ। ਤਾਂ ਆਪਾਂ ਪੂਰਤੀ ਦੀ ਕੀਮਤ ਲੋਚ ਕਹਿ ਦਿੰਦੇ 4। ਹੁਣ ਸੋਚੋ ਵੀ ਗੱਲ ਦਿਮਾਗ ਵਿੱਚ ਆਉਣ ਵਾਲੀ ਇਹ ਹੈ ਵੀ ਇੱਥੇ ਆਨਸਰ 2, 3 ਤੇ 4 ਆਇਆ ਕਿਵੇਂ? ਯਾਨੀ ਆਪਾਂ ਕੀ ਕੀਤਾ ਹੈ, ਇੱਕ ਚੀਜ਼ ਨੂੰ ਦੂਜੇ ਨਾਲ ਭਾਗ ਕੀਤਾ ਹੈ। ਮਤਲਬ ਹੁਣ ਆਪਾਂ ਸੋਚੋ ਵੀ ਆਨਸਰ ਇੱਧਰ 10% ਪਿਆ, ਇੱਧਰ 20% ਪਿਆ। ਮੈਂ ਚਾਹਨਾ ਵੀ ਆਨਸਰ 2 ਆਵੇ ਤਾਂ ਕੀ ਕਰਨਾ ਪਏਗਾ? ਅਗਰ 10 ਤੇ 20 ਨੂੰ ਇੱਕ ਦੂਜੇ ਨਾਲ ਭਾਗ ਕਰਕੇ ਮੈਂ ਆਨਸਰ 2 ਲਿਆਣਾ ਹੈ ਤਾਂ ਕੀ ਕਰਨਾ ਪਏਗਾ? 10 ਨੂੰ 20 ਨਾਲ ਭਾਗ ਕਰਾਂ ਕਿ 20 ਨੂੰ 10 ਨਾਲ ਭਾਗ ਕਰਾਂ? ਅਗਰ ਮੈਂ 10 ਨੂੰ 20 ਨਾਲ ਭਾਗ ਕਰਦਾ ਤਾਂ ਮੈਂ ਕੀ ਲਿਖਾਂਗਾ? ਮੈਂ ਲਿਖਾਂਗਾ 10% ਬਟਾ 20%। ਤਾਂ ਇਹਦਾ ਆਨਸਰ 1/2 ਆ ਜਾਏਗਾ, ਯਾਨੀ ਕਿ 0.5 ਆ ਜਾਏਗਾ। ਅਗਰ ਮੈਂ ਚਾਹਨਾ ਆਨਸਰ 2 ਆਵੇ ਤਾਂ ਕੀ ਕਰਨਾ ਪਏਗਾ? 20% ਨੂੰ 10% ਨਾਲ ਭਾਗ ਕਰਨਾ ਪਏਗਾ ਤਾਂ ਹੀ ਆਨਸਰ 2 ਆਏਗਾ। ਐਵੇਂ 30% ਨੂੰ 10% ਨਾਲ ਭਾਗ ਕਰਨਾ ਪਏਗਾ ਤਾਂ ਹੀ ਆਨਸਰ 3 ਆਏਗਾ। 40% ਨੂੰ 10% ਨਾਲ ਭਾਗ ਕਰਨਾ ਪਏਗਾ ਤਾਂ ਹੀ ਆਨਸਰ 4 ਆਏਗਾ। ਯਾਨੀ ਆਪਾਂ ਨੂੰ ਉੱਪਰ ਜੋ ਚੀਜ਼ ਰੱਖਣੀ ਪੈਣੀ ਹੈ, ਦੇਖੋ 20% ਕੀ ਹੈ? ਇਹ ਪੂਰਤੀ ਚ ਬਦਲਾਵ ਹੈ। ਯਾਨੀ ਪੂਰਤੀ ਚ ਬਦਲਾਵ ਆਪਾਂ ਨੂੰ ਉੱਪਰ ਰੱਖਣਾ ਪਏਗਾ, ਕੀਮਤ ਚ ਬਦਲਾਵ ਆਪਾਂ ਨੂੰ ਹੇਠਾਂ ਰੱਖਣਾ ਪਏਗਾ। ਬਸ ਇਹੀ ਚੀਜ਼ ਜਿਹੜੀ ਹੈ ਉਹ ਧਿਆਨ ਚ ਰੱਖਣੀ ਹੈ। ਕਿਉਂਕਿ ਆਮ ਤੌਰ ਤੇ ਬੱਚੇ ਕੀ ਕਰਦੇ ਆ, ਜਦੋਂ ਫਾਰਮੂਲਾ ਬਣਾਉਂਦੇ ਆ ਤਾਂ ਫਾਰਮੂਲਾ ਬਣਾਉਣ ਦੇ ਟਾਈਮ ਤੇ ਉਲਟਾ ਲਿਖ ਦਿੰਦੇ ਨੇ। ਉਹ ਜਿਹੜਾ ਕੀਮਤ ਵਿੱਚ ਬਦਲਾਵ ਹੈ ਉਹਨੂੰ ਉੱਪਰ ਲਿਖ ਦਿੰਦੇ ਨੇ, ਪੂਰਤੀ ਚ ਬਦਲਾਵ ਨੂੰ ਥੱਲੇ ਲਿਖ ਦਿੰਦੇ ਨੇ। ਬਸ ਉੱਥੇ ਹੀ ਸਾਰੀ ਜਿਹੜੀ ਕਹਾਣੀ ਹੈ ਉਹ ਗੜਬੜ ਹੋ ਜਾਂਦੀ ਹੈ, ਕਿਉਂਕਿ ਆਪਾਂ ਫਾਰਮੂਲਾ ਹੀ ਗਲਤ ਲਿਖਤਾ। ਤਾਂ ਹੁਣ ਫਾਰਮੂਲਾ ਜਿਹੜਾ ਹੈ ਉਹਨੂੰ ਧਿਆਨ ਚ ਰੱਖਣਾ ਹੈ। ਤਾਂ ਇਸ ਆਧਾਰ ਤੇ ਆਪਾਂ ਕੀ ਕਰਦੇ ਆ, ਪੂਰਤੀ ਦੀ ਕੀਮਤ ਲੋਚ ਨੂੰ ਮਾਪਣ ਦੀ ਜਿਹੜੀ ਪਹਿਲੀ ਵਿਧੀ ਹੈ ਉਹਦੀ ਆਪਾਂ ਗੱਲ ਕਰਦੇ ਆ, ਜਿਹਨੂੰ ਆਪਾਂ ਨਾਮ ਦਿੰਦੇ ਹਾਂ ਪ੍ਰਤੀਸ਼ਤ ਵਿਧੀ। ਇਹ ਜਿਹੜੀ ਪ੍ਰਤੀਸ਼ਤ ਵਿਧੀ ਹੈ ਇਹ ਆਪਾਂ ਮੰਗ ਵਾਸਤੇ ਵੀ ਕੀਤੀ ਸੀ, ਜਿਹਨੂੰ ਆਪਾਂ ਇੱਕ ਹੋਰ ਨਾਮ ਵੀ ਦਿੰਦੇ ਹਾਂ, ਜਿਹਨੂੰ ਆਪਾਂ ਅਨੁਪਾਤਿਕ ਵਿਧੀ ਜਿਹੜੀ ਹੈ ਉਹ ਵੀ ਕਹਿੰਦੇ ਆ। ਮਤਲਬ ਹੁਣ ਭਾਵੇਂ ਪ੍ਰਤੀਸ਼ਤ ਵਿਧੀ ਕਹਿ ਲਓ ਤੇ ਭਾਵੇਂ ਉਹਨੂੰ ਅਨੁਪਾਤਿਕ ਵਿਧੀ ਕਹਿ ਲਓ, ਇੱਕੋ ਹੀ ਗੱਲ ਹੈ। ਇੱਕੋ ਗੱਲ ਕਿਉਂ ਹੈ? ਕਿਉਂਕਿ ਪਹਿਲੀ ਗੱਲ ਤਾਂ ਆਪਾਂ ਪ੍ਰਤੀਸ਼ਤ ਵਿਧੀ ਕਿਉਂ ਕਹਿੰਦੇ ਆ, ਕਿਉਂਕਿ ਆਪਾਂ ਜੋ ਪੂਰਤੀ ਵਿੱਚ ਬਦਲਾਵ ਲਵਾਂਗੇ, ਜੋ ਆਪਾਂ ਕੀਮਤ ਵਿੱਚ ਬਦਲਾਵ ਲਵਾਂਗੇ, ਦੋਨਾਂ ਦਾ ਬਦਲਾਵ ਆਪਾਂ ਕਿੰਦੇ ਵਿੱਚ ਲਵਾਂਗੇ? ਪ੍ਰਤੀਸ਼ਤ ਵਿੱਚ ਲਾਂਗੇ। ਜੋ ਆਪਾਂ ਆਪਣੇ ਪਿਛਲੇ ਲੈਕਚਰ 'ਚ ਡਿਸਕਸ ਕੀਤਾ ਵੀ ਆਪਾਂ ਇਹ ਨਹੀਂ ਵੇਖਣਾ ਕਿ ਪੂਰਤੀ ਕਿੰਨੀ ਬਦਲੀ, ਆਪਾਂ ਇਹ ਨਹੀਂ ਵੇਖਣਾ ਪਹਿਲਾਂ 10 ਸੀ ਹੁਣ 15 ਹੋ ਗਈ,
ਪਹਿਲਾਂ 100 ਸੀ ਹੁਣ 105 ਹੋ ਗਈ, ਪਹਿਲਾਂ 1000 ਸੀ ਹੁਣ 1005 ਹੋ ਗਈ। ਇਹ ਨਹੀਂ ਵੇਖਣਾ, ਆਪਾਂ ਇਹ ਦੇਖਣਾ ਹੈ ਕਿ ਜਿਹੜੀ ਪੂਰਤੀ ਹੈ ਉਹ ਆਪਣੀ ਪਹਿਲਾਂ ਵਾਲੀ ਪੋਜੀਸ਼ਨ ਤੋਂ ਕਿੰਨੇ ਪ੍ਰਤੀਸ਼ਤ ਚੇਂਜ ਹੋਈ। मतलब 10% हुई कि 15 हुई कि 25 हुई कि 50 हुई, किन्ने प्रतिशत बदली। उस करके आप जो कीमत विच बदलाव है ये भी प्रतिशत चलांगे। मतलब आप ये नहीं देखना भी कीमत 10 तो 12 हुई है या 100 तो 102 रुपए हुई है या 1000 तो 1002 हुई है। क्यों? क्योंकि सोचो अगर एक चीज जी है पहला 10 रुपए की सी, हुण मान लो 15 रुपए की हो जाए। अगर 100 रुपए वाली चीज 105 की हो जाए, 1000 रुपए वाली चीज जी है वो 1005 की हो जाए, जी 10,000 वाली चीज है अगर मान लो वो 10,005 की हो जाए, अगर 1 लाख वाली चीज जी है अगर मान लो वो 1,05,000 की हो जाए तो आप की कहेंगे सारे बदलाव बराबर आया? नहीं, क्योंकि अगर 10 रुपए वाली चीज 15 की होगी ना तो आप कहेंगे बहुत महंगी होगी, 1.5 गुना होगी, तो इनकी पूर्ति ते बहुत फर्क पेगा। पर अगर सोचो एक चीज 1 लाख दी सी हुण 1,05,000 रुपए दी है तो क्यों वो कहंदा लाख रुपए दी है किसी 5 रुपए और मिलते पे ने, कोई फर्क नहीं पिया। तो इनकी पूर्ति ते ज्यादा फर्क जिहड़ा है वो नहीं पेगा। दूसरी गल वो लीटर मीटर विच आ जाणगे, तो आपां वो सारे लीटर मीटर ते आ जिहड़े सीधे हिसाब किताब ने इन्हां तो पिछा छुड़ाने वास्ते आपां जदों भी बदलाव लवांगे, चाहे वो बदलाव पूर्ति विच है चाहे वो बदलाव कीमत विच है, आपां दोनां दा बदलाव प्रतिशत विच लैंदे आ ताकि आपां नूं दोनां दे विच होण वाले बदलाव बारे सही जानकारी जिहड़ी है वो मिल जाए। तां इस करके आपां इहनूं प्रतिशत विधि कहंदे आ। प्रतिशत विधि क्यों कहंदे आ? क्योंकि दोनां दे विच बदलाव यानी कि पूर्ति च बदलाव कीमत विच बदलाव दोनों दा बदलाव जिहड़ा है वो प्रतिशत दे विच जिहड़ा है वो लिया जाएगा। दूसरी गल ਆਪਾਂ ਨੂੰ अनुपातिक विधि क्यों कहते हैं? क्योंकि ਇਹਦੇ ਚ ਆਪਾਂ ਕੀ ਕਰਦੇ ਆ, ਆਪਾਂ ਪੂਰਤੀ ਦੀ ਕੀਮਤ ਲੋਚ ਨੂੰ ਨਿਕਾਲਣ ਵਾਸਤੇ ਆਪਾਂ ਪੂਰਤੀ ਦਾ ਤੇ ਕੀਮਤ ਦਾ ਕੀ ਕਰਨਾ ਹੈ, ਅਨੁਪਾਤ ਨਿਕਾਲਣਾ ਹੈ। ਅਨੁਪਾਤ ਕੀ ਹੁੰਦਾ ਹੈ? ਦੋਨਾਂ ਨੂੰ ਭਾਗ ਕਰਾਂਗੇ ਇੱਕ ਦੂਜੇ ਦੇ ਨਾਲ, ਤਾਂ ਇਹਨੂੰ ਆਪਾਂ ਅਨੁਪਾਤ ਨਿਕਾਲਦੇ ਆ। ਕਿਉਂਕਿ ਕਿੰਦਾ ਕਿੰਦਾ पूर्ति ਦਾ ਤੇ ਕੀਮਤ ਦਾ, ਤਾਂ ਇਸ ਕਰਕੇ ਆਪਾਂ ਇਹਨੂੰ ਅਨੁਪਾਤਿਕ ਵਿਧੀ ਜਿਹੜੀ ਹੈ ਉਹ ਕਹਿੰਦੇ ਨੇ। ਹੁਣ ਇਹਦਾ ਫਾਰਮੂਲਾ ਕਿਵੇਂ ਯਾਦ ਰਹੇਗਾ? ਉਹਦੇ ਬੜੇ ਤਰੀਕੇ ਨੇ ਯਾਦ ਰੱਖਣ ਦੇ। ਤਾਂ ਆਪਾਂ ਜਿਹੜੀ अपनी लोच है, लोच निकालनी है ना, किंद निकालनी है पूर्ति दी, तो लोच नु इंग्लिश विच कहंदे ने इलास्टिसिटी। तो इलास्टिसिटी वास्ते हो गया ई। हुण जिहड़ी आपां लोच निकालनी है वो किंदी निकालनी है? पूर्ति दी। तो आपां इहदे पैर विच पा दिंदे आ एस। एस मतलब सप्लाई, सप्लाई मतलब पूर्ति, यानी आपां लोच पता कर रहे हैं किस चीज दी? एस यानी कि सप्लाई दी। हुण इह किंदे बराबर है? ये है सब तो पहला आप लिखांगे पूर्ति विच होन वाला प्रतिशत बदलाव डिवाइडेड बाय, इहनूं भाग करांगे आपां, थल्ले लिखांगे कीमत विच होन वाला प्रतिशत बदलाव। ठीक है, ये फॉर्मूला है पूर्ति की कीमत लोच नूं मापन दा। हुण अगर तुहानूं थोड़ा जिहा आइडिया लगे तो जदों आपां मंग की कीमत लोच कीती सी तो तुहानूं याद होवे आपां इहदे बाहर माइनस लाया सी, है ना? पर हुण माइनस नहीं लाना। क्यों? उदों आपां माइनस क्यों लाया सी? इस करके लाया सी क्योंकि थल्ले पई सी कीमत, ऊपर पई सी मंग। अगर आपां मंग की कीमत लोच की गल करिए तां, पर हुण की सी भी कीमत थल्ले सी मंग ऊपर सी, तां कीमत दा ते मंग दा जिहड़ा संबंध है वो हुंदा उल्टा। मतलब कीमत ते मंग जांदे ने एक दूजे तो उल्टा। मतलब कीमत वधी तां मंग घटी, कीमत घटी तां मंग वधी, ये दोनों उल्टा जांदे ने। उल्टा जांदे ने तां आपां की कीता सी, आपां माइनस वर्ड जिहड़ा है वो यूज कीता सी ताकि आपां कीमत दा ते मंग दा जिहड़ा विपरीत संबंध है उन्होंने आपां दिखा सकीए। पर हुण की है, कीमत ते पूर्ति दा संबंध विपरीत तो है नहीं, कीमत ते पूर्ति दा तां सीधा संबंध है भी कीमत वधी तां पूर्ति वधी, कीमत घटी तां पूर्ति घटी। ये तां इक्को पासे जांदे ने, तां जे इक्को पासे जांदे ने तां निशान कित्ता लगेगा? प्लस दा। हुण प्लस लाओ तो भावें ना लाओ, वो तां अंडरस्टूड है भी प्लस है, तां इहदे नाल आपां किसी तरह दा कोई निशान जिहड़ा है वो नहीं लगाना। दूसरी गल
ਜਿਹੜੀ ਯਾਦ ਰੱਖਣੀ ਹੈ। ਹੁਣ ਮੈਂ ਕਿਹਾ ਸੀ ਵੀ ਗਲਤੀ ਕਿੱਥੇ ਕਰਦੇ ਨੇ, ਕੀਮਤ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਲਿਖ ਦਿੰਦੇ ਨੇ ਉੱਤੇ ਤੇ ਪੂਰਤੀ ਵਿੱਚ ਬਦਲਾਵ ਲਿਖ ਦਿੰਦੇ ਨੇ ਥੱਲੇ। ਠੀਕ ਹੈ, ਇਹਨੂੰ ਅਗਰ ਆਪਾਂ ਸੈੱਟ ਕਰਨਾ ਹੈ ਤਾਂ ਕਿਵੇਂ ਯਾਦ ਰੱਖਾਂਗੇ? ਦੇਖੋ ਦੋਨਾਂ ਦੇ ਵਿੱਚ ਇਹ ਯਾਦ ਰੱਖੋ ਵੀ ਕੀਮਤ ਤੇ ਪੂਰਤੀ ਜਿਹੜੇ ਦੋ ਸ਼ਬਦ ਨੇ, ਇਹਨਾਂ ਵਿੱਚੋਂ ਸੁਤੰਤਰ ਚਰ ਕਿਹੜਾ ਹੈ ਤੇ ਨਿਰਭਰ ਚਰ ਕਿਹੜਾ ਹੈ? ਤਾਂ ਆਪਾਂ ਆਲਰੇਡੀ ਜਦੋਂ ਪੂਰਤੀ ਫਲਨ ਦੀ ਗੱਲ ਕੀਤੀ ਸੀ ਤਾਂ ਆਪਾਂ ਕਿਹਾ ਸੀ ਵੀ ਜਿਹੜੀ ਪੂਰਤੀ ਹੁੰਦੀ ਹੈ ਉਹ ਕੀ ਹੁੰਦੀ ਹੈ? ਉਹ ਇੱਕ ਨਿਰਭਰ ਚਰ ਹੁੰਦੀ ਹੈ ਤੇ ਜਿਹੜੀ ਕੀਮਤ ਹੈ ਉਹ ਇੱਕ ਸੁਤੰਤਰ ਚਰ ਹੁੰਦੀ ਹੈ। ਮਤਲਬ ਪਹਿਲਾ ਬਦਲਾਵ ਕਿੰਦੇ ਚ ਆਉਂਦਾ ਹੈ? ਕੀਮਤ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਜਿਹੜਾ ਬਦਲਾਵ ਆਏਗਾ ਉਹ ਕਿੰਦੇ ਚ ਆਏਗਾ? ਉਹ ਪੂਰਤੀ ਵਿੱਚ ਆਏਗਾ। ਤਾਂ ਜਿਹੜੇ ਸੁਤੰਤਰ ਚਰ ਹੁੰਦੇ ਨੇ ਉਹ ਹਮੇਸ਼ਾ ਥੱਲੇ ਹੁੰਦੇ ਨੇ। ਕਿਉਂ? ਕਿਉਂਕਿ ਦੇਖੋ ਸੁਤੰਤਰ ਚਰ ਹੈ, ਸੁਤੰਤਰ ਚਰ ਮਤਲਬ ਜਿਹੜਾ ਪਹਿਲਾਂ ਬਦਲੇਗਾ ਮਤਲਬ ਜੋ ਨਿਰਭਰ ਚਰ ਦੇ ਵਿੱਚ ਹੋਣ ਵਾਲੇ ਜਿਹੜੇ ਬਦਲਾਵ ਨੇ ਉਹਨਾਂ ਦਾ ਬੇਸ ਬਣੇਗਾ, ਆਧਾਰ ਬਣੇਗਾ। ਹੁਣ ਆਧਾਰ ਬੋਲੋ, ਬੇਸ ਬੋਲੋ, ਨੀ ਬੋਲੋ, ਜਿਵੇਂ ਆਪਣੇ ਘਰਾਂ ਦੀ ਨੀ ਨਹੀਂ ਹੁੰਦੀ, ਹੁਣ ਨੀ ਜਿਹੜੀ ਹੈ ਉਹ ਪੂਰੇ ਘਰ ਦਾ ਕੀ ਹੈ? ਬੇਸ ਹੈ। ਵੀ ਜੇਕਰ ਤੁਹਾਡੇ ਘਰ ਦੀ ਨੀਂਵ ਕਮਜ਼ੋਰ ਹੈ ਤੁਹਾਡਾ ਘਰ ਕਦੇ ਮਜ਼ਬੂਤ ਨਹੀਂ ਹੋਏਗਾ। ਜਿਹੜੀਆਂ ਉੱਤੇ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਨੇ, ਕਮਰੇ ਬਣਾਏ ਹੋਏ ਨੇ, ਉਹ ਸਾਰੇ ਕਮਰੇ, ਸਾਰੀਆਂ ਜਿਹੜੀਆਂ ਦੀਵਾਰਾਂ ਨੇ ਉਹ ਇਸ ਗੱਲ ਤੇ ਉਹਨਾਂ ਦੀ ਮਜ਼ਬੂਤੀ ਨਿਰਭਰ ਕਰਦੀ ਹੈ ਵੀ ਜਿਹੜੇ ਤੁਹਾਡੇ ਘਰ ਦੀ ਨੀਂਵ ਹੈ ਉਹ ਕਿੱਡੀ ਜ਼ਿਆਦਾ ਮਜ਼ਬੂਤ ਹੈ। ਠੀਕ ਹੈ, ਤਾਂ ਕੀ ਹੋਏਗਾ? ਹੁਣ ਜੇ ਨੀਂਵ ਮਜ਼ਬੂਤ ਹੋਏਗੀ ਤਾਂ ਹੀ ਘਰ ਮਜ਼ਬੂਤ ਹੋਏਗਾ। ਤਾਂ ਨੀਂਵ ਕੀ ਹੈ? ਨੀਂਵ ਆਪਣੇ ਘਰ ਦੀ ਸੁਤੰਤਰ ਚਰ ਹੈ ਜਿੰਦੇ ਉੱਪਰ ਆਪਣੇ ਘਰ ਦਾ ਜਿਹੜਾ ਉੱਤੇ ਨਕਸ਼ਾ ਬਣਾਇਆ ਹੈ ਉਹਦੀ ਮਜ਼ਬੂਤੀ ਨਿਰਭਰ ਕਰਦੀ ਹੈ। ਤਾਂ ਨੀਂਹ ਕਿੱਥੇ ਹੁੰਦੀ ਹੈ? ਹਮੇਸ਼ਾ ਥੱਲੇ ਹੁੰਦੀ ਹੈ। ਤਾਂ ਇਸ ਕਰਕੇ ਜਿਹੜੀ ਕੀਮਤ ਹੈ ਉਹ ਕੀ ਹੈ? ਉਹ ਇੱਕ ਨੀਂਵ ਹੈ। ਕਿਸ ਚੀਜ਼ ਦੀ? ਪੂਰਤੀ ਦੀ। ਵੀ ਕਿੰਨੀ ਕੀਮਤ ਹੋਏਗੀ ਇਸ ਗੱਲ ਤੇ ਨਿਰਭਰ ਕਰਦਾ ਹੈ ਵੀ ਪੂਰਤੀ ਕਿੰਨੀ ਹੋਏਗੀ। ਪਹਿਲਾ ਮਤਲਬ ਕੀਮਤ ਡਿਸਾਈਡ ਕਰੇਗੀ ਵੀ ਪੂਰਤੀ ਕਿੰਨੀ ਹੋਣੀ ਹੈ। ਤਾਂ ਕੀਮਤ ਕੀ ਹੋਗੀ? ਸੁਤੰਤਰ ਚਰ ਮਤਲਬ ਆਧਾਰ, ਮਤਲਬ ਬੇਸ, ਮਤਲਬ ਨੀਂਵ। ਤਾਂ ਨੀਂਵ ਹਮੇਸ਼ਾ ਥੱਲੇ ਹੁੰਦੀ ਹੈ। ਤਾਂ ਕੀਮਤ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਜਿਹੜਾ ਹੈ ਉਹ ਥੱਲੇ ਰੱਖਣਾ ਹੈ। ਪੂਰਤੀ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਉੱਪਰ ਰੱਖਣਾ ਹੈ ਕਿਉਂਕਿ ਪੂਰਤੀ ਜਿਹੜੀ ਹੈ ਉਹ ਇੱਕ ਨਿਰਭਰ ਚਰ ਹੈ। ਦੂਸਰੀ ਗੱਲ ਵੀ ਜਿਹੜਾ ਪੂਰਤੀ ਵਿੱਚ ਹੋਣ ਵਾਲਾ ਬਦਲਾਵ ਹੈ ਜਾਂ ਕੀਮਤ ਵਿੱਚ ਹੋਣ ਵਾਲਾ ਬਦਲਾਵ ਹੈ, ਦੋਨਾਂ ਨੂੰ ਕੀ ਲੈਣਾ ਹੈ? ਪ੍ਰਤੀਸ਼ਤ ਦੇ ਰੂਪ ਚ ਲੈਣਾ ਹੈ, ਸਿੱਧੇ ਰੂਪ ਚ ਨਹੀਂ ਲੈਣਾ। ਹੁਣ ਪ੍ਰਤੀਸ਼ਤ ਚ ਕਿਉਂ ਲੈਣਾ ਹੈ? ਇਹ ਆਪਾਂ ਆਲਰੇਡੀ ਆਪਣੇ ਪਿਛਲੇ ਲੈਕਚਰ ਚ ਡਿਸਕਸ ਕਰ ਚੁੱਕੇ ਹਾਂ। ਹੁਣ ਇਸ ਤਰ੍ਹਾਂ ਆਪਾਂ ਇਹ ਫਾਰਮੂਲਾ ਜਿਹੜਾ ਹੈ ਉਹ ਬਣਾ ਲਾਂਗੇ। ਜੇ ਫਿਰ ਵੀ ਫਾਰਮੂਲਾ ਨਾ ਯਾਦ ਰਵੇ, ਮਤਲਬ ਕਹਿੰਦਾ ਕੀ ਹੈ ਵੀ ਜੇ ਤੁਹਾਨੂੰ ਇਹ ਸੁਤੰਤਰ ਚਰ, ਇਹ ਨਿਰਭਰ ਚਰ ਇਹ ਯਾਦ ਨਾ ਰਹੇ, ਫਿਰ ਨਾ ਯਾਦ ਰਵੇ, ਫਿਰ ਕੀ ਕਰਿਆ ਜੇ? ਫਿਰ ਇਹਦਾ ਨਾਮ ਪਕੜ ਲਿਆ ਜੇ ਪੂਰਤੀ ਦੀ ਕੀਮਤ ਲੋਚ। ਤਾਂ ਹੁਣ ਦੇਖੋ ਆਪਾਂ ਇਹ ਬਟੇ ਦਾ ਨਿਸ਼ਾਨ ਲਾ ਦਿਆਂਗੇ। ਠੀਕ ਹੈ, ਤਾਂ ਇੱਥੇ ਲਿਖ ਲਿਆ ਜੇ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਇੱਥੇ ਵੀ ਲਿਖ ਲਿਆ ਜੇ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਹੁਣ ਆਪਾਂ ਨੂੰ ਇਹ ਯਾਦ ਨਹੀਂ ਆ ਰਿਹਾ, ਦੇਖ ਇਹਨਾਂ ਤਾਂ ਪਹਿਲੇ ਲਿਖ ਲਾਂਗੇ ਨਾ, ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਇੱਥੇ ਵੀ ਲਿਖ ਲਾਂਗੇ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਹੁਣ ਮੰਨ ਲਓ ਆਪਾਂ ਨੂੰ ਯਾਦ ਨਹੀਂ ਆ ਰਿਹਾ ਵੀ ਉੱਪਰ ਪੂਰਤੀ ਲਿਖਣੀ ਹੈ ਕਿ ਥੱਲੇ ਲਿਖਣੀ ਹੈ, ਕੀਮਤ ਉੱਪਰ ਲਿਖਣੀ ਹੈ ਕਿ ਥੱਲੇ ਲਿਖਣੀ ਹੈ, ਆਪਾਂ ਨੂੰ ਯਾਦ ਨਹੀਂ ਆ ਰਿਹਾ। ਕੀ ਕਰਾਂਗੇ? ਇਹਦਾ ਨਾਮ ਪਕੜਾਂਗੇ। ਉਹ ਕਹਿੰਦਾ ਹੈ ਪੂਰਤੀ ਦੀ ਕੀਮਤ ਲੋਚ। ਹੁਣ ਜੇ ਪੂਰਤੀ ਦੀ ਕੀਮਤ ਲੋਚ ਹੈ ਤਾਂ ਪਹਿਲਾਂ ਕਿਹੜਾ ਸ਼ਬਦ ਆ ਰਿਹਾ? ਪਹਿਲਾਂ ਆ ਰਿਹਾ ਪੂਰਤੀ। ਜੇ ਪੂਰਤੀ ਪਹਿਲਾਂ ਆ ਰਿਹਾ ਤਾਂ ਪੂਰਤੀ ਨੂੰ ਪਹਿਲਾਂ ਲਿਖ ਦਿਆ ਜੇ, ਕੀਮਤ ਬਾਅਦ ਚ ਆ ਰਿਹਾ ਤਾਂ ਕੀਮਤ ਨੂੰ ਬਾਅਦ ਚ ਲਿਖ ਦਿਆ ਜੇ। ਐਵੇਂ ਯਾਦ ਰੱਖ ਲਿਆ ਜੇ ਵੀ ਪੂਰਤੀ ਦੀ ਕੀਮਤ ਲੋਚ ਦੇ ਵਿੱਚ ਪੂਰਤੀ ਸ਼ਬਦ ਪਹਿਲਾਂ ਆਉਂਦਾ ਹੈ। ਪਹਿਲਾਂ ਆਉਂਦਾ ਹੈ ਤਾਂ ਮਤਲਬ ਪਹਿਲਾਂ ਲਿਖਿਊਗਾ। ਠੀਕ ਹੈ, ਕੀਮਤ ਬਾਅਦ ਚ ਆਉਂਦਾ ਹੈ ਤਾਂ ਬਾਅਦ ਚ ਲਿਖੀ ਹੋਏਗਾ। ਭਾਵੇਂ ਐਵੇਂ ਯਾਦ ਰੱਖ ਲਿਆ ਜੇ। ਮਤਲਬ ਮੇਨ ਗੱਲ ਇਹ ਹੈ ਕਿ ਆਪਾਂ ਫਾਰਮੂਲਾ ਜਿਹੜਾ ਹੈ ਉਹ ਯਾਦ ਰੱਖਣਾ ਹੈ। ਸਭ ਦਾ ਆਪਣਾ ਆਪਣਾ ਤਰੀਕਾ ਹੈ, ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਯਾਦ ਰੱਖ ਲਿਆ ਜੇ। ਤਾਂ ਇਹ ਫਾਰਮੂਲਾ ਬਣ ਗਿਆ ਪੂਰਤੀ ਦੀ ਕੀਮਤ ਲੋਚ ਦਾ। ਕਿਹੜੀ ਵਿਧੀ ਰਾਹੀਂ? ਪ੍ਰਤੀਸ਼ਤ ਵਿਧੀ ਰਾਹੀਂ, ਕਿਉਂਕਿ ਆਪਾਂ ਦੋਨਾਂ 'ਚ ਜਿਹੜਾ ਬਦਲਾਵ ਲਿਆ ਉਹ ਪ੍ਰਤੀਸ਼ਤ ਦੇ ਵਿੱਚ ਲਿਆ। ਫਿਰ ਆਪਾਂ ਕੀ ਕੀਤਾ? ਦੋਨਾਂ ਦਾ ਅਨੁਪਾਤ ਕੱਢਿਆ। ਇਸ ਕਰਕੇ ਆਪਾਂ ਇਹਨੂੰ ਅਨੁਪਾਤਿਕ ਵਿਧੀ ਜਿਹੜੀ ਹੈ ਉਹ ਵੀ ਕਹਿ ਦਿੰਦੇ ਆ। ਠੀਕ ਹੋ ਗਿਆ। ਹੁਣ ਆਪਾਂ ਇਸ ਫਾਰਮੂਲੇ ਨੂੰ ਕੀ ਕਰਾਂਗੇ? ਐਕਸਪੈਂਡ ਕਰਾਂਗੇ ਥੋੜਾ, ਇਹਦੀ ਆਪਾਂ ਵਿਆਖਿਆ ਕਰਦੇ ਆ। ਦੇਖੋ ਆਪਾਂ ਉੱਪਰ ਕੀ ਲਿਆ? ਪੂਰਤੀ ਵਿੱਚ ਹੋਣ ਵਾਲਾ ਬਦਲਾਵ ਕਿੰਦੇ ਚ ਲਿਆ? ਪ੍ਰਤੀਸ਼ਤ ਦੇ ਵਿੱਚ। ਪ੍ਰਤੀਸ਼ਤ ਕੀ ਹੁੰਦਾ ਹੈ? ਗੁਣਾ 100। ਤਾਂ ਉੱਪਰ ਵੀ ਗੁਣਾ 100 ਆ ਗਿਆ। ਥੱਲੇ ਅਗਰ ਆਪਾਂ ਗੱਲ ਕਰੀਏ ਤਾਂ ਕੀਮਤ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਤਾਂ ਕੀਮਤ ਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਵੀ ਆਪਾਂ ਕਿੰਦੇ ਚ ਲਿਆ? 100 ਦੇ ਵਿੱਚ ਲਿਆ। ਤਾਂ ਦੋਨਾਂ ਚ ਗੁਣਾ 100 ਕਰ ਦਿਆਂਗੇ। ਹੁਣ ਕਹਿੰਦਾ ਹੈ ਵੀ ਹੁਣ ਦੇਖੋ ਪ੍ਰਤੀਸ਼ਤ ਤਾਂ ਨਿਬੜ ਗਿਆ ਕਿਉਂਕਿ ਉਹ ਇਹਦੇ ਪ੍ਰਤੀਸ਼ਤ ਵਾਸਤੇ ਵੀ ਮੈਂ 100 ਲਾਤਾ ਤੇ ਇਹਦੇ ਪ੍ਰਤੀਸ਼ਤ ਵਾਸਤੇ ਵੀ ਮੈਂ 100 ਲਾਤਾ। ਹੁਣ ਰਹਿ ਗਿਆ ਪੂਰਤੀ ਵਿੱਚ ਹੋਣ ਵਾਲਾ ਬਦਲਾਵ। ਵੀ ਪੂਰਤੀ ਕਹਿੰਦਾ ਬਦਲ ਗਈ। ਬਦਲੀ ਮਤਲਬ ਬਦਲਣ ਵਾਸਤੇ ਹਮੇਸ਼ਾ ਆਪਾਂ ਵਰਡ ਯੂਜ਼ ਕਰਦੇ ਆ ਡੈਲਟਾ। ਠੀਕ ਹੈ, ਬਦਲਾਵ ਵਾਸਤੇ ਕੀ ਵਰਡ ਯੂਜ਼ ਕਰਦੇ ਆ? ਡੈਲਟਾ।
ਕਹਿੰਦਾ ਪੂਰਤੀ ਵਿੱਚ ਹੋਣ ਵਾਲਾ ਬਦਲਾਵ, ਤਾਂ ਮੈਂ ਲਿਖ ਦਿੰਦਾ ਡੈਲਟਾ Q। ਬਿਲੋ ਜੀ ਪੂਰਤੀ ਦੇ ਵਿੱਚ ਬਦਲਾਵ, ਡੈਲਟਾ Q। Q ਕੀ ਹੈ? ਪੂਰਤੀ ਹੈ, ਤਾਂ ਡੈਲਟਾ ਕੀ ਹੈ? ਬਦਲਾਵ। ਪੂਰਤੀ ਵਿੱਚ ਕੀ ਹੋ ਗਿਆ? ਬਦਲਾਵ। ਜਦੋਂ ਆਪਾਂ ਬਦਲਾਵ ਦੀ ਗੱਲ ਕਰਦੇ ਆ ਤਾਂ ਆਪਾਂ ਕੀ ਕਹਿੰਦੇ ਆ? ਆਪਾਂ ਕਹਿੰਦੇ ਆ ਜਿਵੇਂ ਆਪਾਂ ਆਮ ਤੌਰ ਤੇ ਕਹਿੰਦੇ ਨਹੀਂ ਵੀ ਉਸ ਬੰਦੇ ਦਾ ਵਿਵਹਾਰ ਬਦਲ ਗਿਆ, ਮਤਲਬ ਬੰਦਾ ਨਾ ਬਦਲ ਗਿਆ। ਮਤਲਬ ਕੀ ਹੈ ਵੀ ਆਪਾਂ ਕੀ ਕਰ ਰਹੇ ਆ, ਉਹਦੀ ਪਹਿਲਾਂ ਵਾਲੀ ਜਿਹੜੀ ਸਿਚੁਏਸ਼ਨ ਸੀ ਉਹਨੂੰ ਆਪਾਂ ਉਹਦੀ ਹੁਣ ਵਾਲੀ ਸਿਚੁਏਸ਼ਨ ਨਾਲ ਆਪਾਂ ਉਹਦੀ ਤੁਲਨਾ ਕਰ ਰਹੇ ਆ, ਤਾਂ ਆਪਾਂ ਕਹਿ ਰਹੇ ਆ ਕਿ ਦੇਖੋ ਜੋ ਬੰਦਾ ਨਾ ਬਦਲ ਗਿਆ। ਤਾਂ ਜਦੋਂ ਵੀ ਆਪਾਂ ਬਦਲਾਵ ਦੇਖਦੇ ਆ ਆਪਣੇ ਦਿਮਾਗ ਵਿੱਚ ਕੀ ਹੁੰਦਾ ਵੀ ਪਹਿਲਾਂ ਇਹ ਜਿਹਾ ਸੀ, ਪਹਿਲਾਂ, ਤਾਂ ਆਪਾਂ ਕੀ ਕਰਾਂਗੇ? ਬਦਲਾਵ ਨੂੰ ਆਪਾਂ Q ਦੇ ਨਾਲ ਡਿਵਾਈਡ ਕਰ ਦਿਆਂਗੇ। Q ਕੀ ਹੈ? ਇਹ ਹੈ ਪਹਿਲਾਂ ਕਿੰਨੀ ਪੂਰਤੀ ਸੀ। Q ਕੀ ਹੈ? ਪਹਿਲਾਂ ਵਾਲੀ ਪੂਰਤੀ। ਡੈਲਟਾ Q ਕੀ ਹੈ? ਵੀ ਹੁਣ ਕਿੰਨੀ ਬਦਲ ਗਈ। ਐਵੇਂ ਜਿਹੜਾ ਕੀਮਤ ਵਿੱਚ ਹੋਣ ਵਾਲਾ ਬਦਲਾਵ ਹੈ, ਆਪਾਂ ਪਹਿਲਾਂ ਤਾਂ ਬਦਲਾਵ ਲਿਖਾਂਗੇ ਡੈਲਟਾ P। ਲੋ ਜੀ ਇੰਨੀ ਕੀਮਤ ਬਦਲ ਗਈ ਬਟਾ P, ਪਹਿਲਾਂ ਕੀਮਤ ਇੰਨੀ ਹੈ। ਕਿਉਂਕਿ ਬਦਲਾਵ ਜਦੋਂ ਵੀ ਮਾਪਿਆ ਜਾਂਦਾ ਹੈ ਹਮੇਸ਼ਾ ਉਹਦੇ ਵਾਸਤੇ ਉਹ ਬਦਲਾਵ ਦੀ ਜਿਹੜੀ ਕੰਪੈਰੀਜ਼ਨ ਹੈ, ਤੁਲਨਾ ਹੈ, ਉਹ ਕੀ ਕੀਤੀ ਜਾਂਦੀ ਹੈ? ਪਹਿਲਾਂ ਵਾਲੇ ਹਾਲਾਤਾਂ ਦੇ ਨਾਲ ਕੀਤੀ ਜਾਂਦੀ ਹੈ। ਤਾਂ Q ਤੇ P ਜਿਹੜੇ ਨੇ ਉਹ ਕੀ ਨੇ? Q ਹੈ ਪਹਿਲਾਂ ਵਾਲੀ ਪੂਰਤੀ, P ਕੀ ਹੈ? ਪਹਿਲਾਂ ਵਾਲੀ ਕੀਮਤ। ਤਾਂ ਹੁਣ ਦੇਖੋ 100 ਨਾਲ 100 ਕੱਟਿਆ ਗਿਆ, ਠੀਕ ਹੋ ਗਿਆ। 100 ਨਾਲ 100 ਕੱਟਿਆ ਗਿਆ ਤਾਂ ਉੱਪਰ ਬਚਿਆ ਡੈਲਟਾ Q ਬਟਾ Q, ਥੱਲੇ ਬਚਿਆ ਡੈਲਟਾ P ਬਟਾ P। ਆ ਹੋ ਗਿਆ। ਹੁਣ ਆਪਾਂ ਕੀ ਕਰਦੇ ਆ ਡੈਲਟਾ Q ਬਟਾ Q ਇਹ ਤਾਂ ਐਜ਼ ਇਟ ਇਜ਼ ਰੱਖਦੇ ਆ। ਜਿਹੜੀ ਆ ਚੀਜ਼ ਹੈ ਇਹਨੂੰ ਆਪਾਂ ਉੱਪਰ ਲੈ ਜਾਂਦੇ ਆ। ਹੁਣ ਉੱਪਰ ਜਾਵਾਂਗੇ ਤਾਂ ਉਲਟਾ ਹੋ ਜਾਏਗਾ। ਇਹ ਕੀ ਬਣ ਜਾਏਗਾ? P ਬਟਾ ਡੈਲਟਾ P, ਠੀਕ। ਥੱਲੇ ਦੇਖੋ ਡੈਲਟਾ P ਬਟਾ P ਸੀ, ਉੱਤੇ ਜਾਏਗਾ ਤਾਂ P ਬਟਾ ਡੈਲਟਾ P ਆ ਜਾਏਗਾ। ਆਪਾਂ ਹੁਣ ਕੀ ਕਰਦੇ ਆ, ਦੇਖੋ ਆਪਾਂ ਜਿਹੜੇ ਡੈਲਟਾ ਡੈਲਟਾ ਵਾਲੇ ਨੇ ਉਹਨੂੰ ਇੱਕ ਪਾਸੇ ਲਿਖ ਲੈਂਦੇ ਆ ਗਿਆ ਡੈਲਟਾ Q, ਠੀਕ। ਬਟਾ ਕੀ ਕਰਦੇ ਆ? ਡੈਲਟਾ P ਇਨਟੂ ਕੀ ਕਰ ਦਿੰਦੇ ਆ? P ਅਪਨ Q। ਮਤਲਬ ਕੀ ਹੋਇਆ? ਦੇਖੋ ਇੱਥੇ ਮੰਨ ਲਓ 3 ਹੈ, ਇੱਥੇ ਮਤਲਬ 4 ਹੈ। ਸਪੋਜ਼ ਕਰੋ ਇੱਥੇ 3 ਲਿਖਿਆ ਤੇ 4 ਲਿਖਿਆ, ਤਾਂ 3 ਗੁਣਾ 4 ਹੈ, 3 ਗੁਣਾ 4 12। ਹੁਣ ਦੇਖੋ ਜੇ ਇੱਥੇ 3 ਤੇ ਇੱਥੇ 4 ਹੈ ਤਾਂ ਦੋਨਾਂ ਨੂੰ ਗੁਣਾ ਕਰਾਂਗਾ ਤਾਂ 12 ਆਏਗਾ। ਅਗਰ ਮੈਂ ਇੱਥੇ 4 ਤੇ ਇੱਥੇ 3 ਕਰ ਦਿਆਂ ਤਾਂ ਕੀ ਫਰਕ ਪਏਗਾ? ਗੁਣਾ ਤਾਂ ਫਿਰ ਵੀ 12 ਹੀ ਆਣੀ ਹੈ। ਤਾਂ ਮਤਲਬ ਆ ਡੈਲਟਾ ਅਗਰ ਇੱਧਰ ਵੀ ਆ ਜਾਏਗਾ ਤਾਂ ਕੋਈ ਫਰਕ ਨਹੀਂ ਪੈਂਦਾ। ਤਾਂ ਇਸ ਕਰਕੇ ਆਪਾਂ ਡੈਲਟਾ ਡੈਲਟਾ ਇੱਕ ਸਾਈਡ ਤੇ ਕਰ ਲਿਆ, ਦੂਜੀ ਸਾਈਡ ਤੇ ਕਰ ਲਏ, ਠੀਕ ਹੈ। ਹੁਣ ਆਪਾਂ ਕੀ ਕੀਤਾ? ਹੁਣ ਡੈਲਟਾ Q ਯਾਨੀ ਇਹ ਕੀ ਹੈ? ਡੈਲਟਾ Q ਹੈ ਪੂਰਤੀ ਵਿੱਚ ਹੋਣ ਵਾਲਾ ਬਦਲਾਵ। ਕਿਵੇਂ ਪਤਾ ਲੱਗੇਗਾ? ਮੰਨ ਲਓ ਮੈਂ ਕਹਿੰਦਾ ਕਿ ਪਹਿਲਾਂ ਪੂਰਤੀ ਜਿਹੜੀ ਹੈ ਉਹ ਹੈਗੀ ਸੀ 10 ਇਕਾਈਆਂ ਦੀ। ਪਹਿਲਾਂ 10 ਚੀਜ਼ਾਂ ਆ ਰਹੀਆਂ ਸੀ, ਹੁਣ ਆ ਰਹੀਆਂ ਨੇ 15। ਤਾਂ ਬਦਲਾਵ ਕਿੰਨੇ ਦਾ? ਤੁਸੀਂ ਕਹੋਗੇ 5 ਦਾ। ਸਿੰਪਲ ਜੀ ਗੱਲ ਹੈ ਵੀ ਪਹਿਲਾਂ ਅਗਰ ਕਿਸੇ ਚੀਜ਼ ਦੀਆਂ 10 ਚੀਜ਼ਾਂ ਬਾਜ਼ਾਰ ਦੇ ਵਿੱਚ ਆ ਰਹੀਆਂ ਸੀ, ਹੁਣ ਉਸੇ ਚੀਜ਼ ਦੀਆਂ 15 ਚੀਜ਼ਾਂ ਬਾਜ਼ਾਰ 'ਚ ਆ ਰਹੀਆਂ ਨੇ, ਤਾਂ ਬਦਲਾਵ 5 ਦਾ ਹੋਇਆ। ਕਿਵੇਂ ਪਤਾ ਲਾਇਆ? ਤੁਸੀਂ 15 ਦੇ ਵਿੱਚੋਂ 10 ਘਟਾਤਾ, ਦੇਖੋ ਜੀ ਹੁਣ 15 ਨੇ, ਪਹਿਲਾਂ 10 ਸੀ ਤਾਂ 15 ਚੋਂ 10 ਘਟਾ ਦਿਓ ਤਾਂ ਆਨਸਰ ਆ ਗਿਆ 5। ਯਾਨੀ ਆਪਾਂ ਜੋ ਬਦਲਾਵ ਕਰ ਰਹੇ ਹਾਂ ਉਹਦੇ ਸੇ ਆਪਾਂ ਕੀ ਕਰਾਂਗੇ? ਆਪਾਂ ਲਿਖਾਂਗੇ Q1 Q। Q1 ਕੀ ਹੈ? Q1 ਹੈ ਵੀ ਹੁਣ ਕਿੰਨੀ ਪੂਰਤੀ ਹੋ ਰਹੀ ਹੈ, ਤਾਂ ਹੁਣ ਕਿੰਨੀ ਪੂਰਤੀ ਹੋ ਰਹੀ ਹੈ? 15 ਦੀ। ਪਹਿਲਾਂ ਕਿੰਨੀ ਹੋ ਰਹੀ ਸੀ? 10 ਦੀ। ਤਾਂ 15 10। ਐਵੇਂ ਜੇ ਕੀਮਤ ਵਿੱਚ ਬਦਲਾਵ ਲੱਭਣਾ ਹੈ ਤਾਂ ਆਪਾਂ ਕੀ ਕਰਾਂਗੇ? ਆਪਾਂ ਲਿਖਾਂਗੇ P1 P। P1 ਕੀ ਹੈ? ਹੁਣ ਕਿੰਨੀ ਕੀਮਤ ਹੈ? P ਪਹਿਲਾਂ ਕਿੰਨੀ ਕੀਮਤ ਸੀ? ਮਤਲਬ ਮੈਂ ਕਹਿੰਦਾ ਕਿ ਦੇਖੋ ਜੀ ਇਹ 15 ਹੈ, ਪਹਿਲਾਂ 10 ਸੀ ਤਾਂ 5 ਵਧੀ ਹੈ। ਇਹ ਕੀਮਤ ਹੁਣ ਜਿਹੜੀ ਹੈ 20 ਹੈ, ਪਹਿਲਾਂ 10 ਸੀ ਤਾਂ ਹੁਣ ਕੀਮਤ 'ਚ ਬਦਲਾਵ ਕਿੰਨਾ ਆਇਆ? ਪਹਿਲਾਂ ਕੀਮਤ ਸੀ 10 ਰੁਪਏ, ਹੁਣ ਕੀਮਤ ਹੈ 20 ਰੁਪਏ। ਬਦਲਾਵ ਕਿੰਨੇ ਦਾ ਆਇਆ? 10 ਦਾ। ਕਿਵੇਂ ਪਤਾ ਲਾਇਆ? 20 ਦੇ ਵਿੱਚੋਂ 10 ਘਟਾ ਕੇ। ਹੁਣ ਡੈਲਟਾ Q ਨੂੰ ਮੈਂ ਲਿਖਤਾ Q1 Q, ਡੈਲਟਾ P ਨੂੰ ਮੈਂ ਲਿਖਤਾ P1 P ਗੁਣਾ ਆ P ਬਟਾ Q ਐਜ਼ ਇਟ ਇਜ਼ ਰਹੇਗਾ, ਤਾਂ P ਬਟਾ Q ਐਜ਼ ਇਟ ਇਜ਼ ਲਾ ਦਿੰਨੇ ਆ। ਹੁਣ ਇਹ ਸਾਰੀਆਂ ਚੀਜ਼ਾਂ ਜੋ ਆਪਾਂ ਲਿਖ ਰਹੇ ਆ ਨਾ, ਇਹ ਆਪਾਂ ਕੋਈ ਨਵੀਆਂ ਚੀਜ਼ਾਂ ਨਹੀਂ ਲਿਖਦੇ ਪਏ, ਇਹ ਆਲਰੇਡੀ ਆਪਾਂ ਮੰਗ ਦੀ ਕੀਮਤ ਲੋਚ ਚ ਕਰ ਚੁੱਕੇ ਆ। ਫਰਕ ਕੀ ਹੈ? ਉੱਥੇ ਜਿਹੜਾ Q ਸੀ ਉਹਦਾ ਮਤਲਬ ਸੀ ਮੰਗ, ਹੁਣ ਜਿਹੜਾ Q ਹੈ ਉਹਦਾ ਮਤਲਬ ਹੈ ਪੂਰਤੀ। ਬਸ ਫਰਕ ਤਾਂ ਇੰਨਾ ਹੀ ਹੈ। ਹੁਣ ਆਪਾਂ ਇੱਥੇ ਸਾਰੀਆਂ ਚੀਜ਼ਾਂ ਲਿਖਦੇ ਆ ਵੀ ਕਿਹੜੀ ਚੀਜ਼ ਕੀ ਹੈ। ਤਾਂ ES ਕੀ ਹੈ? ES ਹੈ ਆਪਣੇ ਕੋਲ ਪੂਰਤੀ ਦੀ ਕੀਮਤ ਲੋਚ, ਠੀਕ ਹੋ ਗਿਆ। ES एक्सप्लेन। फिर अपने को आया डेल्टा Q। डेल्टा Q है अपने कोल पूर्ति विच बदलाव।
ਜਦੋਂ ਪੇਪਰ 'ਚ ਲਿਖਣਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਨਾਲ ਮੈਂਸ਼ਨ ਕਰਨੀਆਂ ਨੇ, ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਕੀ ਹੈ। ਫਿਰ ਆਇਆ ਆਪਣੇ ਕੋਲ ਡੈਲਟਾ ਪੀ। ਡੈਲਟਾ ਪੀ ਜਿਹੜਾ ਹੈ ਉਹ ਹੈ ਕੀਮਤ ਵਿੱਚ ਬਦਲਾਵ, ਇਹ ਕੀਮਤ 'ਚ ਬਦਲਾਵ ਹੋ ਗਿਆ। ਫਿਰ ਆਪਣੇ ਕੋਲ ਆਇਆ ਇੱਕ ਪੀ। ਪੀ ਹੈ ਪਹਿਲਾਂ ਵਾਲੀ ਕੀਮਤ, यानी तुम इन्हू आरंभिक कीमत भी कह सकते हो। फिर आया अपने कोल क्यू। क्यू है पहला वाली पूर्ति, भी पहला पूर्ति कितनी सी, तुसी इन्हू आरंभिक पूर्ति भी कह सकते हो। फिर आया P1। P1 है नवी कीमत, भी नवी कीमत कितनी है। फिर आया अपने कोल Q1। Q1 की है भी अपने कोल नवी पूर्ति जड़ी है ਉਹ ਕਿੰਨੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਨੂੰ ਨਾਲ ਦੇਣੀਆਂ ਪੈਣੀਆਂ, ਤਾਂ ਹੀ ਗੱਲ ਕਲੀਅਰ ਹੋਏਗੀ। ਇੱਕ ਇੱਕ ਚੀਜ਼ ਨੂੰ ਐਕਸਪਲੇਨ ਕਰਨਾ ਹੈ ਵੀ ES ਕੀ ਹੈ, ਪੂਰਤੀ ਦੀ ਕੀਮਤ ਲੋਚ ਹੈ। ਡੈਲਟਾ Q ਜਿਹੜਾ ਹੈ ਉਹ ਕੀ ਹੈ, ਉਹ ਪੂਰਤੀ 'ਚ ਬਦਲਾਵ ਹੈ। ਡੈਲਟਾ P ਕੀਮਤ 'ਚ ਬਦਲਾਵ ਹੈ। P ਪਹਿਲਾਂ ਵਾਲੀ ਕੀਮਤ ਹੈ, Q ਪਹਿਲਾਂ ਵਾਲੀ ਪੂਰਤੀ ਹੈ, P1 ਨਵੀਂ ਕੀਮਤ ਹੈ ਤੇ Q1 ਨਵੀਂ ਪੂਰਤੀ ਹੈ। ਇਹ ਚੀਜ਼ਾਂ ਐਕਸਪਲੇਨ ਕਰਨੀਆਂ ਨੇ। ਤਾਂ ਅਲਟੀਮੇਟਲੀ ਜੋ ਆਪਣੇ ਸਾਹਮਣੇ ਪੂਰਤੀ ਦੀ ਕੀਮਤ ਲੋਚ ਦਾ ਜਿਹੜਾ ਫਾਰਮੂਲਾ ਆਇਆ ਬਣ ਕੇ, ਉਹ ਆਇਆ ਇਹ ਵਾਲਾ। ਠੀਕ ਹੈ, ਇਹ ਵਾਲਾ ਫਾਰਮੂਲਾ ਜਿਹੜਾ ਹੈ ਉਹ ਆਪਾਂ ਯੂਜ਼ ਕਰਾਂਗੇ ਜਦੋਂ ਆਪਾਂ ਪੂਰਤੀ ਦੀ ਕੀਮਤ ਲੋਚ ਦੇ ਨਿਊਮੈਰੀਕਲਸ ਕਰਾਂਗੇ, ਜੋ ਆਪਾਂ ਹੁਣੇ ਕਰਨ ਜਾ ਰਹੇ ਹਾਂ। ਤਾਂ ਪੂਰਤੀ ਦੀ ਕੀਮਤ ਲੋਚ ਦੀ ਜਿਹੜੀ ਪ੍ਰਤੀਸ਼ਤ ਵਿਧੀ ਹੈ ਜਾਂ ਜੋ ਅਨੁਪਾਤਿਕ ਵਿਧੀ ਹੈ, ਇਹਦੇ ਬੇਸ ਤੇ ਆਪਾਂ ਨੂੰ ਪੇਪਰ ਦੇ ਵਿੱਚ ਬੜੇ ਸਾਰੇ ਨਿਊਮੈਰੀਕਲ ਆਉਂਦੇ ਨੇ। ਨਿਊਮੈਰੀਕਲ ਕਿੰਨੇ ਨੰਬਰ ਦਾ ਆਏਗਾ, 4 ਨੰਬਰ ਦਾ। ਤਾਂ ਪੂਰੇ 4 ਨੰਬਰ ਆਪਾਂ ਪੱਕੇ ਕਰਨੇ ਨੇ। ਠੀਕ ਹੈ, ਤਾਂ ਕਿਸ ਤਰ੍ਹਾਂ ਪੱਕੇ ਹੋਣਗੇ ਉਹ ਆਪਾਂ ਹੁਣੇ ਗੱਲ ਜਿਹੜੀ ਹੈ ਉਸ ਚੀਜ਼ ਦੀ ਕਰਨ ਜਾ ਰਹੇ ਹਾਂ। ਨਿਊਮੈਰੀਕਲ ਕਿਵੇਂ ਆਣਗੇ ਉਹਦੇ ਵੀ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ। ਉਹਨੂੰ ਆਪਾਂ ਕਿਵੇਂ ਸੋਲਵ ਕਰਨਾ ਹੈ, ਕਿਵੇਂ ਫਾਰਮੂਲੇ ਲਾਣੇ ਨੇ। ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈ ਵੀ ਬੱਚੇ ਨਿਊਮੈਰੀਕਲ ਜਿਹੜੇ ਨੇ ਉਹ ਕਰ ਆਉਂਦੇ ਨੇ, ਬਿਲਕੁਲ ਠੀਕ ਹੁੰਦਾ ਹੈ, ਆਨਸਰ ਵੀ ਸਹੀ ਹੁੰਦਾ ਹੈ, ਪਰ ਉਹ ਨਿਊਮੈਰੀਕਲ ਨੂੰ ਕਰਨ ਦਾ ਜਿਹੜਾ ਤਰੀਕਾ ਹੈ ਉਹ ਗੜਬੜ ਹੋ ਜਾਂਦਾ ਹੈ। ਮਤਲਬ ਕਿਤੇ ਫਾਰਮੂਲਾ ਨਹੀਂ ਲਾਉਂਦੇ ਜਾਂ ਅੱਧਾ ਫਾਰਮੂਲਾ ਲਾ ਦਿੰਦੇ ਨੇ, ਉਹਦੇ ਨਾਲ ਨੰਬਰ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਤਾਂ ਆਪਾਂ ਹਰੇਕ ਚੀਜ਼ ਦਾ ਧਿਆਨ ਰੱਖਣਾ ਹੈ। ਮਤਲਬ ਕਹਿੰਦਾ ਕਿ ਇਹ ਫਾਰਮੂਲਾ ਪ੍ਰੋਪਰ ਲੱਗਣਾ ਚਾਹੀਦਾ ਹੈ, ਆਨਸਰ ਪ੍ਰੋਪਰ ਨਿਕਲਣੇ ਚਾਹੀਦੇ ਨੇ, ਸ਼ਾਰਟਕਟ ਨਹੀਂ ਮਾਰਨਾ ਕਿਸੇ ਵੀ ਚੀਜ਼ ਤੇ। ਜੇਕਰ ਕਿਤੇ ਵੀ ਕਿਸੇ ਵੀ ਥਾਂ ਤੇ ਸ਼ਾਰਟਕਟ ਲਾਇਆ ਕੀ ਹੋਏਗਾ, ਅਨੁਮੈਰੀਕਲ ਜਿਹੜਾ ਹੁੰਦੇ ਨੰਬਰ ਕੱਟੇ ਜਾਣਗੇ, ਭਾਵੇਂ ਆਨਸਰ ਸਹੀ ਕੀ ਹੀ ਕਿਉਂ ਨਾ ਹੋਵੇ। ਜੇ ਆਪਾਂ ਇੱਕ ਨਿਊਮੈਰੀਕਲ ਕਰਦੇ ਹਾਂ, ਕਹਿੰਦਾ ਨਾਲ ਨਾਲ ਲਿਖੋਗੇ ਤਾਂ ਅੱਛਾ ਰਹੇਗਾ। ਕਿਸੇ ਵਸਤੂ ਦੀ ਕੀਮਤ ਜਦੋਂ 10 ਰੁਪਏ ਸੀ ਤਾਂ ਉਸ ਦੀਆਂ 50 ਇਕਾਈਆਂ ਦੀ ਪੂਰਤੀ ਕੀਤੀ ਜਾਂਦੀ ਸੀ ਜਦੋਂ ਉਸ ਦੀ ਕੀਮਤ 15 रुपए प्रति इकाई हो गई। मतलब एक चीज जी है जी पहले 10 रुपए दी सी, हुण होगी वो 15 रुपए दी प्रति इकाई हो गई। ता उस वस्तु दी पूर्ति, हुण ध्यान नाल देखना भी आप कीमत 10 तो 15 की है, तो जो न्यूमेरिकल दिता होएगा उनदे च पूर्ति भी वधा के दिती होएगी। ਤਾਂ ਉਸ ਦੀ ਪੂਰਤੀ 50 ਇਕਾਈਆਂ ਤੋਂ ਬਦਲ ਕੇ ਪੂਰਤੀ ਹੋਗੀ 100 ਇਕਾਈਆਂ ਦੀ। ਉਸ ਦੀ ਪੂਰਤੀ 100 ਇਕਾਈਆਂ ਦੀ ਹੋ ਗਈ। ਠੀਕ ਹੈ, ਤਾਂ ਆਪਾਂ ਨੂੰ ਕਹਿੰਦਾ ਹੈ ਕਿ ਪੂਰਤੀ ਦੀ ਕੀਮਤ ਲੋਚ ਦਾ ਪਤਾ ਕਰੋ। ਤਾਂ ਹੁਣ ਆਪਾਂ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹਦਾ ਆਪਾਂ ਪਤਾ ਕਰਨਾ। ਤਾਂ ਆਪਾਂ ਹੁਣ ਕਿਵੇਂ ਪਤਾ ਕਰਾਂਗੇ ਇਸ ਚੀਜ਼ ਦਾ, ਕੁਝ ਨਹੀਂ ਕਰਨਾ। ਜੋ ਜੋ ਦਿੱਤਾ ਹੋਇਆ ਨਾ, ਸਭ ਤੋਂ ਪਹਿਲਾਂ ਤਾਂ ਉਹ ਲੀਆਂ ਸਾਰੀਆਂ ਚੀਜ਼ਾਂ ਆਪਾਂ ਲਿਖਣੀਆਂ ਨੇ ਵੀ ਲੋ ਜੀ ਆਹ ਵਾਲੀ ਚੀਜ਼ ਸਾਨੂੰ ਦਿੱਤੀ ਹੋਈ ਹੈ। ਤਾਂ ਦੇਖੋ, ਕਿਸੇ ਵਸਤੂ ਦੀ ਕੀਮਤ ਜਦੋਂ 10 ਰੁਪਏ ਸੀ,
मतलब ਇਹ ਪਹਿਲਾਂ ਵਾਲੀ ਕੀਮਤ ਹੋਗੀ। ਆਪਾਂ ਨੂੰ ਸਾਰੀ ਸਟੇਟਮੈਂਟ ਜਿਹੜੀ ਆ ਧਿਆਨ ਨਾਲ ਪੜ੍ਹਨੀ ਪਏਗੀ। ਸਾਰੀ ਸਟੇਟਮੈਂਟ ਧਿਆਨ ਨਾਲ ਪੜਾਂਗੇ, ਸਾਰੀਆਂ ਚੀਜ਼ਾਂ ਪਹਿਲਾਂ ਹੀ ਕਲੀਅਰ ਹੋ ਜਾਣਗੀਆਂ, ਬਾਕੀ ਭਾਵੇਂ ਜੇ ਮਰਜ਼ੀ ਬਣਾਈ ਜਾਏ ਜੀ। ਤਾਂ ਪਹਿਲਾ ਕੀਮਤ ਸੀ 10 ਰੁਪਏ, ਯਾਨੀ P ਹੋ ਗਿਆ 10 ਰੁਪਏ, क्योंकि हुणे जो आप फार्मूला लिखिया उहदे P तो अपना मतलब सी पहला वाली कीमत। तो पहला कीमत कितनी सी 10 रुपए। 10 रुपए कीमत ते उन्दियां 50 इकाइयां दी पूर्ति हुंदी सी, यानी कि पहला वाली पूर्ति उन्होंने आप किंदे द्वारा दिखाया सी Q द्वारा। तो वो कितनी होगी 50। कहने जदों उसकी कीमत 15 रुपए प्रति इकाई हो गई, मतलब हुण कीमत कितनी है 15 रुपए। तो हुण वाली कीमत नूं आपां किंदे द्वारा दिखाया सी P1 द्वारा, होगी 15। कहना उसकी पूर्ति 100 इकाइयां दी होगी, यानी हुण पूर्ति यानी कि Q1 वो कितनी होगी 100 दी, क्योंकि आपां हुण दी जिहड़ी पूर्ति है उन्होंने कितने द्वारा दिखाया सी Q1 द्वारा। आपां नूं इंफॉर्मेशन मिल गई भी पहला कीमत 10 सी, हुण कीमत 15 है। पहला पूर्ति 50 सी, हुण पूर्ति 100 है। तो आपां की करना है, पूर्ति दी कीमत लोच जिहड़ी है उनका आपां पता लगाना है। तो किवें करांगे, सब तो पहला आपां लावांगे पूर्ति दी कीमत लोच दा फॉर्मूला। तो फॉर्मूला की है, वो है डेल्टा Q डेल्टा P इंटू P अपॉन Q। हुण बच्चे की करते हैं, ऐसे सीधा डेल्टा Q लिखणगे। लो जी डेल्टा Q कितना है 50 ते 100 50 आ गया, डेल्टा P कितना है 15 ते 10 5 आ गया। ठीक इस तरह जे कीता तो गलत हो जाएगा। क्यों गलत होएगा, क्योंकि कई बार माइनस प्लस के विच गड़बड़ हो जाती है। तो आपां की करते हैं, इस फॉर्मूले के बाद की करना, एक स्टेप होर ला दिया जे, मतलब डेल्टा Q नूं लिख दिया जे Q1 माइनस Q, डेल्टा P नूं लिख दिया जे P1 माइनस P ते आ P बटा Q एज इट इज। सिर्फ जे तुसी एक स्टेप इत्थे होर ले लिया ना तो तुहाडा न्यूमेरिकल गलत नहीं हो सकता, न्यूमेरिकल बिल्कुल ठीक रहेगा। हुण वैल्यूज पुट कर सकते हो। तो Q1 कितना है, Q1 है अपने को 100, Q कितना अपने को 50, इत्थे 50 आ गया। P1 कितना अपने को 15, P कितना अपने को 10 इंटू P कितना अपने को 10, तो Q कितना अपने को 50। तो बस अब वैल्यूज पुट हो गया। जे वैल्यूज पुट हो गया, हुण आंसर निकालना बिल्कुल इजी है। सिर्फ एक स्टेप होर लेना है। आ फार्मूला जे विचकार लिखता ना, मतलब डेल्टा Q नु एक्सप्लेन करता कि डेल्टा Q की है Q1 माइनस Q है, डेल्टा P ਜਿਹੜਾ ਉਹ P1 माइनस P है। ऊपर ਆਪਾਂ ਸਾਰੀਆਂ ਵੈਲਿਊਜ਼ ਲਿਖੀਆਂ ਹੋਈਆਂ ਨੇ, ਸਭ ਚੀਜ਼ ਆਪਣੇ ਆਪ ਕਲੀਅਰ ਹੋ ਜਾਏਗੀ। ਹੁਣ ਦੇਖੋ 100 ਦੇ ਵਿੱਚੋਂ 50 ਘਟਾਇਆ ਤਾਂ ਕਿੰਨੇ ਆ ਗਏ ਆਪਣੇ ਕੋਲ, ਆਪਾਂ ਤੇ ਇਕੁਅਲ ਦਾ ਸਾਈਨ ਲਾ ਲਿਆ, ਇੱਥੇ ਆਪਣੇ ਕੋਲ 50 ਆ ਗਿਆ। 15 ਦੇ ਵਿੱਚੋਂ ਆਪਾਂ 10 ਘਟਾਏ, 15 ਚੋਂ 10 ਘਟਾਏ ਤਾਂ ਕਿੰਨਾ ਆ ਗਿਆ ਆਪਣੇ ਕੋਲ 5 ਗੁਣਾ 10 ਬਟਾ 50 ਆ ਗਿਆ। 50 ਨਾਲ 50 ਕੱਟੇ ਗਏ, 5 ਨਾਲ 10 ਕੱਟੇ ਗਏ, 2 ਆ ਗਿਆ। ਤਾਂ ਪੂਰਤੀ ਦੀ कीमत लोच दा आंसर कितना आ गया 2। बस हो गया न्यूमेरिकल अपना सॉल्व। तो इन्ना करन नाल अपने 4 नंबर जिहड़े ने वो पक्के हो सकते ने। तो सिर्फ आपां की करना है, जो जो आपां नूं दिता होया है आपां बस उहदियां वैल्यूज लिखनियां ने। मिलो जी आ सानू चीज दिती गई है, ठीक है। उस बाद आपां फार्मूला लगाना है, पहले वाला फिर दूजे वाला फार्मूला लगा के वैल्यूज पुट करनियां ने, आंसर अपने आप आ जाएगा। कई बार की करेगा इस तरह का ही न्यूमेरिकल होएगा, सिर्फ इन्हें थोड़ा जिहा चेंज कर देगा। किस तरह आप हुण एक होर तरह का न्यूमेरिकल करन जा रहे हैं, हैगा इस तरह ही है, फार्मूला इक्को ही है, होर कोई फार्मूला ही नहीं हैगा, बस थोड़ा इधर उधर करना है, होर कुछ नहीं है। किस तरह तो आपां नूं ओ दिंदा है, कहंदा है किसे वस्तु दी पूर्ति दी कीमत लोच 3 है। 10 रुपए कीमत ते उस दियां 50 इकाइयां दी पूर्ति कीती जांदी सी। ठीक है जी। 20 रुपए कीमत ते उस दियां किन्नियां इकाइयां दी पूर्ति
ਕੀਤੀ ਜਾਵੇਗੀ। ਠੀਕ ਹੈ, ਤਾਂ ਆਪਾਂ ਨੂੰ ਉਹਨੇ ਕੁਐਸਚਨ ਦਿੱਤਾ। ਹੁਣ ਆਪਾਂ ਆਮ ਕੀ ਕਰਦੇ ਆ, ਇਸ ਕੁਐਸਚਨ ਚ ਕਨਫਿਊਜ਼ ਹੋ ਜਾਂਦੇ ਆ ਕਿ ਲੋ ਜੀ ਹੁਣ ਅਸੀਂ ਇਹਨੂੰ ਕਿਵੇਂ ਸੋਲਵ ਕਰਾਂਗੇ। ਕੁਝ ਨਹੀਂ ਕਰਨਾ, ਬਿਲਕੁਲ ਸਿੰਪਲ ਹੈ। ਮੈਂ ਹਮੇਸ਼ਾ ਦੀ ਤਰ੍ਹਾਂ ਇੱਕੋ ਗੱਲ ਕਹਾਂਗਾ ਵੀ ਜੋ ਤੁਹਾਨੂੰ ਦਿੱਤਾ ਹੋਇਆ ਨਾ ਬਸ ਤੁਸੀਂ ਉਹ ਲਿਖੀ ਜਾਓ। ਜੇ ਤੁਸੀਂ ਇਹ ਲਿਖ ਲਿਆ ਵੀ ਸਾਨੂੰ ਕੀ ਕੀ ਦਿੱਤਾ ਹੋਇਆ ਨਾ, ਸਾਰੀ ਗੱਲ ਆਪਣੇ ਆਪ ਕਲੀਅਰ ਹੋ ਜਾਏਗੀ। ਸਭ ਤੋਂ ਪਹਿਲਾਂ ਦੇਖੋ, ਕਹਿੰਦਾ ਕਿਸੇ ਵਸਤੂ ਦੀ ਪੂਰਤੀ ਦੀ ਕੀਮਤ ਲੋਚ 3 ਹੈ। ਮਤਲਬ ਤੁਹਾਨੂੰ ਪੂਰਤੀ ਦੀ ਕੀਮਤ ਲੋਚ ਪਹਿਲਾਂ ਹੀ ਪਤਾ ਹੈ। ਜੇ ਤੁਸੀਂ ਇਸ ਰਕਮ ਧਿਆਨ ਨਾਲ ਪੜ੍ਹ ਲਈ, ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਤਾਂ ਜੋ ਜੋ ਪਤਾ ਲਿਖੋ। ਪੂਰਤੀ ਦੀ ਕੀਮਤ ਲੋਚ ਕਿੰਨੀ ਹੋਗੀ? 3। ਆਪਾਂ ਨੂੰ ਆਲਰੇਡੀ ਪਤਾ ਹੈ, ਲਿਖੀ ਜਾਓ। ਬਸ ਇੱਕ ਵਾਰ ਸਿਰਫ ਲਿਖਣਾ ਹੈ, और कुछ नहीं करना। कहना 10 रुपए कीमत ते, तो ਆਪਾਂ ਨੂੰ 10 रुपए कीमत भी पता है, P 10 हो गया। ਉਸ ਦੀਆਂ 50 ਇਕਾਈਆਂ ਦੀ ਪੂਰਤੀ ਕੀਤੀ ਜਾਂਦੀ ਸੀ, ਮਤਲਬ ਇਹ ਹੋ ਗਿਆ ਪਹਿਲਾਂ ਵਾਲਾ। ਤਾਂ ਪੂਰਤੀ ਕਿੰਨੀ ਸੀ? Q, ਉਹ ਕਿੰਨੀ ਸੀ? 50। ਇਹ ਆਪਾਂ ਨੂੰ ਦਿੱਤਾ ਹੋਇਆ। ਕਹਿੰਦੇ 20 रुपए कीमत ਤੇ, ਮਤਲਬ ਹੁਣ ਕੀਮਤ ਕਿੰਨੀ ਹੋਗੀ? P1, ਉਹ ਕਿੰਨੀ ਹੋਗੀ? 20। ਉਸ ਦੀਆਂ ਕਿੰਨੀਆਂ ਇਕਾਈਆਂ ਦੀ ਪੂਰਤੀ ਕੀਤੀ ਜਾਵੇਗੀ? ਮਤਲਬ ਆਪਾਂ ਨੂੰ ਹੁਣ Q1 ਨਹੀਂ ਪਤਾ। ਜੋ ਨਹੀਂ ਪਤਾ ਉਤੇ ਕੁਐਸਚਨ ਮਾਰਕ ਲਾਤਾ ਵੀ ਸਾਨੂੰ ਇਹ ਚੀਜ਼ ਨਹੀਂ ਪਤਾ। ठीक है, बस रकम ध्यान नाल पढ़नी है। जो जो पता है लिखी जो, नहीं पता छड़ दो, आंसर अपने आप निकलेगा। ਤੁਹਾਨੂੰ ਕੁਝ ਆਪਣੀ ਤਰਫ ਤੋਂ ਐਫਰਟ ਕਰਨ ਦੀ ਲੋੜ ਨਹੀਂ ਹੈਗੀ। ਮੈਂ ਕੁਝ ਨਹੀਂ ਕਰਨਾ, ਸਿਰਫ ਪੁਰਾਣਾ ਫਾਰਮੂਲਾ ਲਾ ਦੇਣਾ। ਤਾਂ ES ਮੈਨੂੰ ਪਤਾ ਹੈ ਵੀ ਡੈਲਟਾ Q डेल्टा P P अपॉन Q। ठीक हो गया। अगला स्टेप, डेल्टा Q Q1 माइनस Q, डेल्टा P P1 माइनस P P अपॉन Q। हो गया। ਹੁਣ ਜੋ ਜੋ ਪਤਾ ਹੈ ਉਹਦੀ ਵੈਲਿਊ ਪੁੱਟ ਕਰ ਦੋ, ਜੋ ਨਹੀਂ ਪਤਾ ਉਹਨੂੰ ਛੱਡ ਦੋ। ਪੂਰਤੀ ਦੀ ਕੀਮਤ ਲੋਚ ਆਪਾਂ ਨੂੰ ਆਲਰੇਡੀ ਪਤਾ ਹੈ ਵੀ ਇਹ 3 ਹੈ, ਤਾਂ ਮੈਂ ਇੱਥੇ 3 ਲਿਖਤਾ। Q1 ਉਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਪਤਾ ਤਾਂ ਨਾ ਸੀ, ਤਾਂ Q1 ਦਾ Q1। Q ਪਤਾ ਆਪਾਂ ਨੂੰ ਕਿੰਨਾ ਹੈ? 50, ਇੱਥੇ 50 ਆ ਗਿਆ। P1 ਆਪਾਂ ਨੂੰ ਪਤਾ ਹੈ 20 ਹੈ। P ਪਤਾ ਹੈ 10 ਹੈ। P ਪਤਾ ਹੈ 10 ਹੈ। Q ਪਤਾ ਹੈ 50 ਹੈ। ठीक हो गया। तो जो पता है उनकी वैल्यू पुट कर दो, जो नहीं पता उन्होंने छाड़ दो। तो अपन हुन अगे सॉल्व करांगे। तो आ 3 एज इट इज पे Q1 माइनस 50, तो Q1 माइनस 50 एज इट इज 20 दे विचों 10 घटाए तो 10 आ गया, गुना 10 बटा 50, 10 बटा 50, 10 नाल 10 कटे गए। हुन आ 50 थल्ले पे, ਇਹਨੂੰ ਚੱਕ ਕੇ ਇੱਧਰ ਲੈ ਕੇ ਆਓ। ਇੱਧਰ ਹੁਣ ਹੈਗਾ ਭਾਗ ਵਿੱਚ। ਦੇਖੋ ਅਗਰ ਆਪਾਂ ਨੂੰ ਐ ਲਿਖ ਲਈਏ, ਇੱਕ ਸਟੈਪ ਹੋਰ ਲੈ ਲਈਏ, Q1 50 ਬਟਾ 50 ਆ ਗਿਆ, ਕਿਉਂਕਿ ਆ 10 ਨਾਲ 10 ਤਾਂ ਕੱਟਿਆ ਗਿਆ, ਥੱਲੇ ਤਾਂ ਖਾਲੀ 50 ਰਹਿ ਗਿਆ। ਹੁਣ ਆ 50 ਭਾਗ ਵਿੱਚ ਹੈ, ਇਹਨੂੰ ਚੱਕ ਕੇ ਇੱਧਰ ਲਿਆਓ। ਤੇ ਇੱਧਰ ਲਿਆਵਾਂਗੇ ਤਾਂ ਗੁਣਾ ਹੋ ਜਾਏਗਾ। ਇਹ ਕਿੰਨਾ ਹੋ ਜਾਏਗਾ? 150 Q1 50। ਆਪਾਂ ਵੈਲਿਊ ਕਿੰਨੀ ਕੱਢਣੀ ਹੈ? ਆਪਾਂ Q1 ਦੀ ਵੈਲਿਊ ਕੱਢਣੀ ਹੈ। ਜਿੰਦੀ ਵੈਲਿਊ ਕੱਢਣੀ ਹੈ ਉਹਨੂੰ ਇੱਕ ਪਾਸੇ ਰੱਖ ਲਓ, ਬਾਕੀ ਸਾਰੇ ਦੂਜੇ ਪਾਸੇ ਲੈ ਜਾਓ। ਹੁਣ 150 ਤਾਂ ਆਪਣੇ ਕੋਲ ਆਲਰੇਡੀ ਹੈਗਾ ਸੀ। ਠੀਕ ਹੈ, ਆ 50 ਜਿਹੜਾ ਇੱਧਰ ਮਾਈਨਸ ਦਾ ਹੈ, ਇੱਧਰ ਆ ਕੇ ਕੀ ਹੋ ਜਾਏਗਾ? ਪਲੱਸ ਦਾ, ਤੇ ਇੱਧਰ ਪਲੱਸ ਦਾ ਹੋ ਜਾਏਗਾ। 150 ਦੇ ਵਿੱਚ 50 ਜੋੜੇ ਤਾਂ ਕਿੰਨਾ ਆ ਜਾਏਗਾ? 200। ਯਾਨੀ ਆਪਣੇ Q1 ਦੀ ਵੈਲਿਊ ਕਿੰਨੀ ਆ ਜਾਏਗੀ? 200। ਹੁਣ ਜੇਕਰ ਆਪਾਂ ਇਹ ਆਨਸਰ ਨਿਕਾਲ ਲਿਆ, ਹੁਣ ਆਪਾਂ ਇਹ ਚੈੱਕ ਵੀ ਕਰ ਸਕਦੇ ਹਾਂ ਵੀ ਆਪਣਾ ਆਨਸਰ ਸਹੀ ਹੈ ਕਿ ਗਲਤ ਹੈ। ਹੁਣ ਦੇਖੋ ਕਿਵੇਂ ਚੈੱਕ ਹੋਏਗਾ। ਚੈੱਕ ਇਸ ਤਰ੍ਹਾਂ ਹੋਏਗਾ ਵੀ ਜੇਕਰ ਇੱਥੇ ਤੁਸੀਂ ਦੇਖੋ ਵੀ ਕੀਮਤ ਵਧੀ ਹੈ ਕਿ ਘਟੀ ਹੈ, ਤਾਂ ਕੀਮਤ 10 ਤੋਂ 20 ਹੋਈ ਹੈ, ਵਧੀ ਹੈ ਨਾ। ਤਾਂ ਇੱਥੇ ਵੀ ਤੁਹਾਡੀ ਪੂਰਤੀ ਵਧਣੀ ਚਾਹੀਦੀ ਹੈ, ਮਤਲਬ ਆਨਸਰ ਇੱਥੇ 50 ਤੋਂ ਜ਼ਿਆਦਾ ਆਉਣਾ ਚਾਹੀਦਾ ਹੈ। ਕਿਉਂਕਿ ਇਹ ਨਾ ਹੋਵੇ ਵੀ ਇੱਥੇ ਕੀਮਤ ਵਧੀ ਜਾ ਰਹੀ ਹੈ ਤੇ ਇੱਥੇ ਪੂਰਤੀ ਘਟ ਜਾਵੇ। ਕਿਉਂਕਿ ਜੇ ਕੀਮਤ ਵਧੀ ਤਾਂ ਪੂਰਤੀ ਘਟੀ ਤਾਂ ਕੀ ਹੋਏਗਾ? ਤੁਹਾਡੇ ਪੂਰਤੀ ਦਾ ਨਿਯਮ ਹੀ ਫੇਲ ਹੋ ਜਾਏਗਾ। ਤਾਂ ਮੈਂ ਕਿਹਾ ਸੀ ਕਿ ਜਿਹੜਾ ਪੂਰਤੀ ਦੀ ਕੀਮਤ ਲੋਚ ਹੈ, ਇਹ ਕੀ ਕਰਦਾ ਹੈ? ਇਹ ਪੂਰਤੀ ਦੇ ਨਿਯਮ ਨੂੰ ਫੇਲ ਨਹੀਂ ਕਰਾਂਦਾ, ਬਲਕਿ ਇੱਕ ਸਟੈਪ ਅੱਗੇ ਜਾਂਦਾ ਹੈ ਵੀ ਆਪਾਂ ਨੂੰ ਪੂਰਤੀ ਦੇ ਵਿੱਚ ਕਿੰਨਾ ਬਦਲਾਵ ਹੋਇਆ ਉਹਦੀ ਵੀ ਜਾਣਕਾਰੀ ਦਿੰਦਾ ਹੈ। ਤਾਂ ਆਪਾਂ ਇੱਥੇ ਆਨਸਰ ਆਪਣਾ ਚੈੱਕ ਜਿਹੜਾ ਉਹ ਵੀ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਦੇ ਨਿਊਮੈਰੀਕਲ ਜਿਹੜੇ ਨੇ ਉਹ ਆਪਾਂ ਨੂੰ ਪੇਪਰ ਦੇ ਵਿੱਚ ਆਣਗੇ। ਸਿੰਪਲ ਹੋ ਸਕਦਾ ਹੈ, ਕਈ ਵਾਰ ਕੀ ਹੋਏਗਾ, ਪਹਿਲਾਂ ਵਾਲੀ ਕੀਮਤ ਹੁਣ ਵਾਲੀ ਕੀਮਤ, ਪਹਿਲਾਂ ਵਾਲੀ ਪੂਰਤੀ ਹੁਣ ਵਾਲੀ ਪੂਰਤੀ, ਦੋਨੋਂ ਦਿੱਤੇ ਹੋਣਗੇ। ਸਿੱਧਾ ਪੁੱਛੇਗਾ ਪੂਰਤੀ ਦੀ ਕੀਮਤ ਲੋਚ ਦੱਸੋ। ਕਈ ਵਾਰੀ ਕੀ ਹੋਏਗਾ ਵੀ ਆਪਾਂ ਨੂੰ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਪਹਿਲਾਂ ਹੀ ਦੱਸੀ ਹੋਏਗੀ। ਠੀਕ ਹੈ, ਤੁਹਾਨੂੰ ਇੱਕ ਕੀਮਤ ਇੱਕ ਪੂਰਤੀ ਵੀ ਦੱਸ ਦੇਗਾ, ਦੂਜੀ ਥਾਂ ਤੇ ਕੀਮਤ ਦੱਸ ਦੇਗਾ ਤਾਂ ਪੁੱਛੇਗਾ ਪੂਰਤੀ ਕਿੰਨੀ। ਜਾਂ ਇੱਥੇ ਕੀ ਹੋ ਸਕਦਾ, ਕਈ ਵਾਰੀ ਜੇ ਪੂਰਤੀ ਦੱਸ ਦੇਗਾ ਤਾਂ ਪੁੱਛੇਗਾ ਕੀਮਤ ਕਿੰਨੀ। ਜੇ ਮੰਨ ਲਓ ਪੂਰਤੀ ਦੱਸ ਦਿੰਦਾ, ਮੰਨ ਲਓ ਆਪਾਂ ਨੂੰ Q1 ਦੱਸ ਦਿੰਦਾ, P1 ਨਾ ਦੱਸਦਾ, ਤਾਂ ਆਪਾਂ ਕੀ ਕਰਦੇ? ਇਸ ਫਾਰਮੂਲੇ 'ਚ Q1 ਆਪਾਂ ਨੂੰ ਦੱਸਿਆ ਹੁੰਦਾ, ਉਹਦੀ ਵੈਲਿਊ ਪੁੱਟ ਕਰ ਦਿੰਦੇ।
P1 ਨਹੀਂ ਪਤਾ ਤਾਂ P1 ਨਹੀਂ ਪਤਾ ਉਹਨੂੰ ਐਵੇਂ ਛੱਡ ਦਿੰਦੇ। ਤਾਂ ਜਿਵੇਂ ਇੱਥੇ Q1 ਦਾ ਆਨਸਰ ਆਇਆ ਹੈ ਆਪਣੇ ਆਪ, ਉਵੇਂ ਕੀ ਹੁੰਦਾ ਇੱਥੇ P1 ਦਾ ਆਨਸਰ ਵੀ ਆ ਜਾਂਦਾ। ਤਾਂ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਨਿਊਮੈਰੀਕਲ ਸੋਲਵ ਕਰਨ ਦੇ ਟਾਈਮ ਤੇ ਕਿ ਨਿਊਮੈਰੀਕਲ ਦੇ ਵਿੱਚ ਆਪਾਂ ਕੈਲਕੂਲੇਸ਼ਨ ਮਿਸਟੇਕ ਨਹੀਂ ਕਰਨੀ ਹੈ। ਨੰਬਰ 2, ਜੇ ਕੈਲਕੂਲੇਸ਼ਨ ਮਿਸਟੇਕ ਹੋਈ ਤਾਂ ਪੂਰਾ ਦਾ ਪੂਰਾ ਨਿਊਮੈਰੀਕਲ ਗਲਤ ਹੋਏਗਾ, ਮਾਰਕ 0 ਹੋ ਜਾਣਗੇ। ਨੰਬਰ 3 ਜੋ ਧਿਆਨ ਰੱਖਣਾ ਹੈ ਉਹ ਇਹ ਰੱਖਣਾ ਹੈ ਕਿ ਜੋ ਪਹਿਲਾਂ ਦਿੱਤਾ ਹੋਇਆ ਹੈ ਰਕਮ ਜਿਹੜੀ ਹੈ ਉਹਨੂੰ ਧਿਆਨ ਨਾਲ ਪੜ੍ਹ ਲੈਣਾ ਹੈ। ਜੋ ਰਕਮ ਦੇ ਵਿੱਚ ਦਿੱਤਾ ਹੈ 1 ਬਾय 1 ਪਹਿਲਾਂ ਲਿਖਣਾ ਹੈ। ਜੇ ਪਹਿਲਾਂ ਉਹ ਲਿਖ ਲਿਆ ਸਾਰੇ ਨਿਊਮੈਰੀਕਲ ਆਪਣੇ ਆਪ ਕਲੀਅਰ ਹੋ ਜਾਏਗਾ, ਗਲਤੀ ਹੋਣ ਦੇ ਚਾਂਸਸ ਜਿਹੜੇ ਨੇ ਉਹ 0 ਹੋ ਜਾਣਗੇ। ਤਾਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਾਂ ਨਿਊਮੈਰੀਕਲ ਸੋਲਵ ਕਰ ਸਕਦੇ ਹਾਂ ਪ੍ਰਤੀਸ਼ਤ ਵਿਧੀ ਦੁਆਰਾ। ਹੁਣ ਆਪਾਂ ਅੱਜ ਇੰਨਾ ਹੀ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਪੂਰਤੀ ਦੀ ਕੀਮਤ ਲੋਚ ਨੂੰ ਮਾਪਣ ਦੀ ਅਗਲੀ ਵਿਧੀ, ਜਿਹੜੀ ਕਿ ਹੈ ਆਪਣੀ ਜਿਓਮੈਟਰੀ ਵਿਧੀ, ਜਾਂ ਜਿਹਨੂੰ ਆਪਾਂ ਨਾਮ ਦੇਵਾਂਗੇ ਜਿਓਮੈਟ੍ਰਿਕ ਮੈਥਡ। ਤੋਂ ਆਪਣਾ ਅਗਲਾ ਲੈਕਚਰ ਰਹੇਗਾ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ ਐਂਡ ਆਲ ਦ ਬੈਸਟ।